2017 ਤੋਂ ਲੈ ਕੇ 2021 ਦੇ ਵਿੱਚ ਅੱਜ ਤੁਸੀਂ ਸਾਹਮਣੇ ਆਏ ਹੋ ਆਪਣੀ ਗੱਲ ਰੱਖ ਰਹੇ ਹੋ ਇੰਨੀ ਲੰਬੀ ਜਿਹੜੀ ਚੁੱਪੀ ਹੈ ਉਹ ਕਿਉਂ ਤੁਸੀਂ ਰੱਖੀ ਸੀ। और वो तो कहीं और रहता है, किसी और के साथ लिव इन रिलेशनशिप में रहता है। तुम आके रह लो हमारे साथ में। ਕਿਹੜਾ ਰੀਜ਼ਨ ਸੀ ਜਾਂ ਤੁਸੀਂ ਸਾਸ ਨੂੰ ਛੱਡਿਆ ਜਾਂ ਉਹਨਾਂ ਨੇ ਤੁਹਾਨੂੰ ਛੱਡਿਆ, ਕਿਸ ਰੀਜ਼ਨ ਕਰਕੇ ਤੁਹਾਨੂੰ ਅਲੱਗ ਹੋਣਾ ਪਿਆ? ਤੇ ਤੁਹਾਡਾ ਇਹ ਵੀ ਇਲਜ਼ਾਮ ਸੀ ਸਾਸ ਦੇ ਉੱਪਰ ਕਿ ਉਹ ਤੁਹਾਨੂੰ ਕੁੱਟਦੇ ਵੀ ਹੁੰਦੇ ਸੀ। ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸੀ ਜਦੋਂ ਉਹਨਾਂ ਦੀ ਅੰਗੇਜਮੈਂਟ ਹੋਈ ਸੀ। ਉਸ ਵਕਤ ਤੁਹਾਡੇ ਤੱਕ ਕੋਈ ਵੀਡੀਓ ਇਹੋ ਜਿਹੀ ਨਹੀਂ ਪਹੁੰਚੀ ਸਾਸ ਦੀ, ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਸਾਸ ਅਫਸਾਨਾ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਹੈ? मेरे घर वाले हम लोग 2017 में ही मई में गए थे उनके घर पे चीजें सुलह करने के लिए, बट वो चीज हुई नहीं। उल्टा वो सबके सामने कहता कि तुम लोग यहाँ से घर से निकल जाओ। ਜਿੱਦਾਂ ਤੁਸੀਂ ਜਾਣੋ ਕਿ ਹਜੇ ਤੱਕ ਸਾਸ ਦੇ ਵੱਲੋਂ ਜਾਂ ਅਫਸਾਨੇ ਦੇ ਵੱਲੋਂ ਇਸ ਦੇ ਉੱਪਰ ਹਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ। ਸਾਸ ਆਪਣੀ ਚੁੱਪੀ ਕਿਉਂ ਨਹੀਂ ਤੋੜ ਰਹੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਨਵਜੋਤ ਕੌਰ। ਪੰਜਾਬੀ ਕਲਾਕਾਰ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਨੇ, ਖਾਸ ਕਰਕੇ ਚਰਚਾ ਉਦੋਂ ਵੱਧਦੀ ਹੈ ਜਦੋਂ ਉਹਨਾਂ ਦੇ ਵਿਆਹ ਦੀ ਗੱਲ ਆਉਂਦੀ ਹੈ। ਪਿਛਲੇ ਸਾਲ ਅਫਸਾਨਾ ਖਾਨ ਦੇ ਨਾਲ ਸਾਸ ਦੀ ਜਿਹੜੀ ਹੈ ਸਗਾਈ ਹੋਈ ਸੀ ਤੇ ਹੁਣ ਉਹਨਾਂ ਦੇ ਵਿਆਹ ਦੀਆਂ ਚਰਚਾ ਕਾਫੀ ਜ਼ਿਆਦਾ ਚੱਲ ਰਹੀਆਂ ਸੀ। ਤੇ ਉੱਥੇ ਹੀ ਇੱਕ ਅਨੂ ਸ਼ਰਮਾ ਨਾਮ ਦੀ ਲੇਡੀ ਜਿਹੜੀ ਸਾਹਮਣੇ ਆਉਂਦੀ ਹੈ, ਜਿਹਦਾ ਇਲਜ਼ਾਮ ਹੈ ਸਾਸ ਦੇ ਉੱਪਰ ਕਿ ਉਹਨਾਂ ਦਾ ਵਿਆਹ ਹੋਇਆ ਸੀ 7 ਸਾਲ ਪਹਿਲਾਂ ਤੇ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਸਾਸ ਨੇ ਧੋਖੇ ਦੇ ਨਾਲ ਉਹਨਾਂ ਕੋਲੋਂ ਤਲਾਕ ਲੈ ਲਿਆ। ਤੇ ਅੱਜ ਅਨੂ ਸ਼ਰਮਾ ਸਾਡੇ ਨਾਲ ਮੌਜੂਦ ਹੈ। ਅਨੂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਜਾਣਾਂਗੇ ਕਿ ਕੀ ਸਾਰਾ ਮੁੱਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਅਨੂ, ਸਭ ਤੋਂ ਪਹਿਲਾਂ ਜਾਣਾਂਗੇ ਤੁਸੀਂ ਜਿੱਦਾਂ ਕਿਹਾ ਕਿ 2014 ਚ ਤੁਹਾਡਾ ਵਿਆਹ ਹੋਇਆ ਸੀ, 2017 ਚ ਤੁਸੀਂ ਸੈਪਰੇਟ ਹੋ ਗਏ ਸੀ ਤੇ 2017 ਤੋਂ ਲੈ ਕੇ 2021 ਦੇ ਵਿੱਚ ਅੱਜ ਤੁਸੀਂ ਸਾਹਮਣੇ ਆਏ ਹੋ ਆਪਣੀ ਗੱਲ ਰੱਖ ਰਹੇ ਹੋ ਇੰਨੀ ਲੰਬੀ ਜਿਹੜੀ ਚੁੱਪੀ ਹੈ ਉਹ ਕਿਉਂ ਤੁਸੀਂ ਰੱਖੀ ਸੀ? पहले तो मैं यही चाहती थी कि हमारा घर जुड़ जाए, लेकिन ऐसा हो नहीं पाया। क्योंकि आज हमारी एक बेटी है तो इंसान यही चाहेगा कि घर जुड़ जाए तो ज्यादा अच्छा होगा। और मुझे तो ये सब के बारे में कुछ इतना पता था नहीं, क्योंकि घर वालों ने भी, जब मैं उनको लॉकडाउन के टाइम पे फोन करी थी तो उनका कहना यही था कि भाई तुम आ जाओ, यहाँ रह लो आके। और वो तो कहीं और रहता है, किसी और के साथ लिव इन रिलेशनशिप में रहता है। तुम आके रह लो हमारे साथ में। तो मैंने कहा, मेरा एक ही जवाब था कि जब मेरा पति नहीं बुला रहा है और वो किसी और के साथ रहता है तो मैं आके क्या करूंगी। ਤੁਸੀਂ ਜਿੱਦਾਂ ਕਿਹਾ ਕਿ ਤੁਸੀਂ ਉਹਨਾਂ ਨੂੰ ਕਾਲ ਕਰ ਰਹੇ ਸੀ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਸਾਸ ਕਿਸੇ ਹੋਰ ਦੇ ਨਾਲ ਜਿਹੜੇ ਨੇ ਉਹ ਰਹਿ ਰਹੇ ਨੇ ਇਸ ਟਾਈਮ? मुझे अभी हाल ही में ही पता चला था इस बारे में। और जब मुझे पता चला तो मैं सोशल मीडिया में देखने लगी थी, तभी उसी के थ्रू ही मुझे पता चला था। मुझे पता चला चीजें तो कहीं से कहीं चले गई है, क्योंकि घर वालों ने भी मुझे इस बात के लिए अंधेरे में रखा। जब तुमको इनकी सारी चीजें पहले से पता थी, तुम किस बेसिस में मुझे घर बुला रहे थे? ਤੇ ਤੁਸੀਂ ਘਰ ਵਾਲਿਆਂ ਨਾਲ ਪਹਿਲਾਂ ਕਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਮੁੱਦੇ ਤੇ? ਜਦੋਂ ਤੁਸੀਂ ਅਲੱਗ ਹੋ ਗਏ ਸੀ ਉਸ ਤੋਂ ਬਾਅਦ ਹੌਲੀ-ਹੌਲੀ ਤੁਸੀਂ ਕਿਹਾ ਮੈਂ ਚਾਹੁੰਦੀ ਸੀ ਘਰ ਦੁਬਾਰਾ ਜੁੜ ਜਾਏ, ਉਸ ਵਕਤ ਤੁਸੀਂ ਕੋਸ਼ਿਸ਼ ਨਹੀਂ ਕੀਤੀ ਘਰ ਵਾਲਿਆਂ ਨਾਲ ਗੱਲ ਕਰਨ ਦੀ? मैंने पहले बहुत कोशिश किया कि घर जुड़ जाए। जब घर वाले ही नहीं चाहते, पति ही नहीं चाहता, तो इसमें मैं क्या कर सकती हूँ? मैंने तो अपना 101% दिया है। ਤੁਸੀਂ ਦੱਸਿਆ ਕਿ ਤੁਸੀਂ 2017 ਦੇ ਵਿੱਚ ਅਲੱਗ ਹੋਏ ਸੀ। ਉਸ ਵਕਤ ਇਹੋ ਜਿਹਾ ਕਿਹੜਾ ਰੀਜ਼ਨ ਸੀ ਜਾਂ ਤੁਸੀਂ ਸਾਸ ਨੂੰ ਛੱਡਿਆ ਜਾਂ ਉਹਨਾਂ ਨੇ ਤੁਹਾਨੂੰ ਛੱਡਿਆ, ਕਿਸ ਰੀਜ਼ਨ ਕਰਕੇ ਤੁਹਾਨੂੰ ਅਲੱਗ ਹੋਣਾ ਪਿਆ? छोड़ा तो उसने मुझे, बट रीजन तो मुझे आज तक नहीं पता। ਤੇ ਤੁਹਾਡਾ ਇਹ ਵੀ ਇਲਜ਼ਾਮ ਸੀ ਸਾਸ ਦੇ ਉੱਪਰ ਕਿ ਉਹ ਤੁਹਾਨੂੰ ਕੁੱਟਦੇ ਵੀ ਹੁੰਦੇ ਸੀ? हाँ जी। ਉਹ ਕੀ ਰੀਜ਼ਨ ਸੀ, ਕਿਸ ਕਰਕੇ ਉਹ ਤੁਹਾਨੂੰ ਮਾਰਦੇ ਸੀ? कुछ भी, अगर किसी बात पे हमारी लड़ाई हो जाए, कुछ हो जाए, मतलब छोटी मोटी बातें हर परिवार में थोड़ी बहुत तो हस्बैंड वाइफ में चलती है। लेकिन जैसे कभी किसी भी मुद्दे पे घर पे लड़ाई हो जाना, और बातें तो कुछ होती नहीं थी लड़ने वाली जैसे, बट उसी में भाभी भी चालू हो जाना, बस यही सब चलता था। ਅਨੂ, ਜਦੋਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਪ੍ਰੈਗਨੈਂਟ ਸੀ ਤੁਸੀਂ ਕਾਲ ਕਰਦੇ ਰਹੇ ਕਾਫੀ ਟਾਈਮ, ਸਾਸ ਨੂੰ ਮਿਲਣ ਦੇ ਲਈ ਬੁਲਾਉਂਦੇ ਰਹੇ, ਸਾਸ ਜਦੋਂ ਆਏ ਤੁਸੀਂ ਉਸ ਵਕਤ ਕੋਸ਼ਿਸ਼ ਨਹੀਂ ਕੀਤੀ ਸਾਸ ਦੇ ਨਾਲ ਗੱਲ ਕਰਨ ਦੀ, ਜਾਂ ਉਸ ਵਕਤ ਉਹਨਾਂ ਨੇ ਨਹੀਂ ਕਿਹਾ ਡਿਵੋਰਸ ਲੈਣਾ ਚਾਹੁੰਦੇ ਨੇ ਤੁਹਾਡੇ ਨਾਲ, ਜਾਂ ਇਹ ਡਿਵੋਰਸ ਦੀ ਗੱਲ ਕਦੋਂ ਚੱਲੀ? डिवोर्स की बात हमारे बीच तो कभी हुई नहीं, पहली बात। और मेरे इतने बोलने के बाद ही वो आया जिस दिन मेरा ऑपरेशन था, बस उसी दिन आया और उसी दिन ही चले गया। बट कभी डाइवोर्स की बात हमारे बीच ऐसे चली नहीं।
और कभी ऐसा कुछ बोला ही नहीं मुझे, इतना सभी जिक्र ही नहीं किया उसने। ਤੇ ਅਨੂ ਤੁਹਾਡੇ ਕੋਲ ਡਿਵੋਰਸ ਦਾ ਕਦੋਂ ਤੱਕ ਪਹੁੰਚਿਆ ਕਿ ਡਿਵੋਰਸ ਹੋ ਰਿਹਾ ਹੈ ਜਾਂ ਸਾਜ਼ ਨੇ ਫਾਈਲ ਕੀਤਾ ਹੈ ਡਿਵੋਰਸ, ਇਹ ਤੁਹਾਡੇ ਤੱਕ ਕਿੱਦਾਂ ਪਹੁੰਚਿਆ? ये तो मैंने हाल ही में, अभी दिसंबर में ही, जब मैंने सोशल मीडिया में देखा कि चीजें ऐसी ऐसी चल रही है, तब दिसंबर में ही मैंने फिर हाथ पैर मारना चालू किया कि ये ऐसे कैसे हो गया। मुझे कभी कोई समन नहीं मिला, कुछ नहीं मिला, ना कभी फोन आया मुझे, तो फिर डाइवोर्स कहाँ से हो गया। ऊपर से उस पेपर में उन्होंने मेरे घर का एड्रेस गलत लिखा है और मैरिज डेट गलत लिखी हुई है उसमें। घर के एड्रेस में तो पूरा हाउस नंबर के साथ होता है एड्रेस, उसमें हाउस नंबर ही मेंशन नहीं है, क्योंकि धमतरी खुद में अपना एक डिस्ट्रिक्ट है और रायपुर एक अलग डिस्ट्रिक्ट है। तो समन ही नहीं पहुंचे, मुझे कुछ पता ही नहीं चला, तो फिर मुझे कैसे पता होगा कि इन्होंने ये काम किया है। ਅਨੂ ਤੁਸੀਂ ਕਿਹਾ ਕਿ ਤੁਸੀਂ ਉਹਨਾਂ ਨਾਲ ਜਦੋਂ ਡਿਵੋਰਸ ਹੋਇਆ, ਡਿਵੋਰਸ ਦਾ ਤੁਹਾਨੂੰ ਨਹੀਂ ਪਤਾ ਲੱਗਾ, ਸੋਸ਼ਲ ਮੀਡੀਆ ਤੇ ਤੁਸੀਂ ਵੀ ਐਕਟਿਵ ਅਗਰ ਰਹਿੰਦੇ ਹੋਗੇ ਕਿਉਂਕਿ ਅਫਸਾਨਾ ਇੱਕ ਬਹੁਤ ਮੰਨਿਆ ਨਾਮ ਹੈ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਵਿੱਚ, ਤੇ ਕਦੀ ਵੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸੀ ਜਦੋਂ ਉਹਨਾਂ ਦੀ ਅੰਗੇਜਮੈਂਟ ਹੋਈ ਸੀ, ਉਸ ਵਕਤ ਤੁਹਾਡੇ ਤੱਕ ਕੋਈ ਵੀਡੀਓ ਇਹੋ ਜਿਹੀ ਨਹੀਂ ਪਹੁੰਚੀ ਸਾਜ਼ ਦੀ, ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਸਾਜ਼ ਅਫਸਾਨਾ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਹੈ? ਨਹੀਂ। ਤੇ ਤੁਹਾਨੂੰ ਮਤਲਬ ਹੁਣ ਤੁਸੀਂ ਕੀ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੇ ਸਾਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਲੰਬੇ ਦੌਰਾਨ ਦੇ ਵਿੱਚ? मेरे घर वाले, हम लोग 2017 में ही मई में गए थे उनके घर पे चीजें सुलह करने के लिए, बट वो चीज हुई नहीं। उल्टा वो सबके सामने कहता कि तुम लोग यहाँ से घर से निकल जाओ। जब हमें घर से निकलना ही है तो फिर हम यहाँ मनाने के लिए आए हैं ना, हमारा घर बसने के लिए आए हैं, लेकिन तुम ऐसे बेइज्जती कर रहे हो सबके सामने कि तुम इस घर से निकल जाओ। ਤੁਸੀਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ ਹੁਣ ਤੁਹਾਨੂੰ ਖਤਰਾ ਵੀ ਹੈ ਕਿ ਅਗਰ ਤੁਸੀਂ ਇੱਥੇ ਆਉਂਦੇ ਹੋ ਤੇ ਤੁਹਾਡੀ ਸੇਫਟੀ ਤੁਹਾਨੂੰ ਬਹੁਤ ਜ਼ਰੂਰੀ ਹੈ, ਤੁਹਾਨੂੰ ਕਈ ਚੀਜ਼ਾਂ ਤੋਂ ਕਿ ਸਾਜ਼ ਤੁਹਾਡੇ ਆ ਕੋਈ ਨੁਕਸਾਨ ਵੀ ਪਹੁੰਚਾ ਸਕਦਾ ਹੈ। हाँ, जब बातें इतनी मीडिया में आ चुकी है मैम, तो चीजें कुछ भी हो सकती है। रिस्क क्यों ले, क्योंकि आज मेरी बच्ची है, मुझे उसको देखना है। ਤੁਸੀਂ ਅਫਸਾਨਾ ਦੇ ਬਾਰੇ ਪਹਿਲਾਂ ਕਦੀ ਸੁਣਿਆ ਨਹੀਂ ਸੀ, ਅਫਸਾਨਾ ਨੂੰ ਜਾਣਦੇ ਸੀ ਤੁਸੀਂ ਕਿ ਅਫਸਾਨਾ ਖਾਨ ਕੋਈ ਸਿੰਗਰ ਹੈਗੀ ਹੈ ਪੰਜਾਬੀ? नहीं, मैं पहले नहीं जानती थी। ਤੇ ਮਤਲਬ ਜਦੋਂ ਸਾਜ਼ ਦੇ ਬਾਰੇ ਤੁਹਾਨੂੰ ਪਤਾ ਲੱਗਾ ਉਦੋਂ ਹੀ ਤੁਹਾਨੂੰ ਅਫਸਾਨਾ ਦਾ ਪਤਾ ਲੱਗਾ ਕਿ ਇਹ ਦੋਵੇਂ ਇੰਗੇਜਮੈਂਟ ਹੋ ਚੁੱਕੀ ਹੈ? ਤੁਸੀਂ ਫਾਈਲ ਕੇਸ ਕੀਤਾ ਜਿਹੜਾ ਉਹ ਇੱਥੇ ਮਤਲਬ ਕੇਸ ਤੁਸੀਂ ਫਾਈਲ ਕੀਤੀ ਕਿ ਮੋਹਾਲੀ ਦੇ ਵਿੱਚ ਆ ਕੇ, ਤੁਸੀਂ ਛੱਤੀਸਗੜ੍ਹ ਤੋਂ ਰਹਿਣ ਵਾਲੇ ਹੋ, ਤੁਸੀਂ ਦੱਸਿਆ, ਤੁਸੀਂ ਉੱਥੇ ਕਿਉਂ ਨਹੀਂ ਕੇਸ ਕੀਤਾ ਇਸ ਗੱਲ ਦਾ? क्योंकि वो वहां से किया हुआ है मैम, वहां पे मैंने बहुत पता लगाया कि ये कैसे होगा, क्या होगा। जब मुझे पता चला कि केस यहाँ से नहीं, यहीं से चंडीगढ़ से ही हो पाएगा, तब मैंने वहां से ही लगाया केस। ਹੁਣ ਜਿੱਦਾਂ ਤੁਸੀਂ ਜਾਣਦੇ ਹੋ ਕਿ ਹਜੇ ਤੱਕ ਸਾਜ਼ ਦੇ ਵੱਲੋਂ ਜਾਂ ਅਫਸਾਨੇ ਦੇ ਵੱਲੋਂ ਇਸ ਦੇ ਉੱਪਰ ਹਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ। ਸਾਜ਼ ਆਪਣੀ ਚੁੱਪੀ ਕਿਉਂ ਨਹੀਂ ਤੋੜ ਰਹੇ? ਕਿਉਂਕਿ ਇੱਕ ਪਾਸੇ ਜੇ ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਤੁਸੀਂ ਫੋਟੋ ਸ਼ੇਅਰ ਕਰ ਰਹੇ ਹੋ, ਤੇ ਸਾਜ਼ ਇਸ ਤੇ ਕਿਉਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਆਪਣੀ ਕੋਈ ਚੁੱਪੀ ਤੋੜ ਰਹੇ? ये मुझे नहीं पता मैम। ਉਸ ਤੋਂ ਬਾਅਦ ਜਦੋਂ ਹੁਣ ਤੁਸੀਂ ਇਹ ਫੋਟੋਜ਼ ਸਾਹਮਣੇ ਲੈ ਕੇ, ਉਸ ਤੋਂ ਬਾਅਦ ਸਾਜ਼ ਨੇ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ ਜਾਂ ਤੁਹਾਡੇ ਨਾਲ ਕੋਈ ਕੰਟੈਕਟ ਕਰਨ ਦੀ? नहीं मैम। ਹਜੇ ਤੱਕ ਤੁਹਾਡੇ ਵੱਲੋਂ ਮਤਲਬ ਤੁਹਾਡੇ ਤੱਕ ਕੋਈ ਕੰਟੈਕਟ ਨਹੀਂ ਹੋਇਆ ਗਿਆ? ਤੇ ਸਾਜ਼ ਦੀ ਫੈਮਿਲੀ ਨੇ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ? नहीं। ਕਿਸੇ ਨੇ ਵੀ ਤੁਹਾਡੇ ਨਾਲ ਗੱਲ ਕਰਨ ਦੀ ਕੋਈ ਵੀ ਇਸ ਮੁੱਦੇ ਤੇ ਕੋਸ਼ਿਸ਼ ਨਹੀਂ ਕੀਤੀ? ਤੇ ਹੁਣ ਤੁਸੀਂ ਜਦੋਂ ਕੇਸ ਫਾਈਲ ਕੀਤਾ ਆ ਤੇ ਹੁਣ ਤੁਹਾਡੇ ਲਾਇਰ ਦਾ ਕੀ ਕਹਿਣਾ, ਜਾਂ ਤੁਹਾਡਾ ਕੇਸ ਕਿੱਥੋਂ ਤੱਕ ਪਹੁੰਚਿਆ ਹੋਇਆ, ਕਿੱਥੋਂ ਤੱਕ ਤੁਸੀਂ ਉਮੀਦ ਕਰਦੇ ਹੋ ਕਿ ਮੈਨੂੰ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਮੇਰੇ ਨਾਲ? मैम, मैं इतना ही बस जानती हूँ कि जस्टिस होना चाहिए। आज इतने सालों से उन्होंने कभी पूछा नहीं मुझे, बच्चा कैसे कभी फोन करके नहीं पूछा, और साजन को अपने नंबर से कॉल करने का मतलब है वो मुझे ब्लॉक करना, वो मुझे ब्लॉक कर देता है। इसलिए मैंने हमेशा मतलब मम्मी के नंबर से ही मैं उसके घर वालों को कांटेक्ट की, उसको कांटेक्ट की हूँ। ਮਤਲਬ ਸਾਜ਼ ਹੁਣ ਅਫਸਾਨਾ ਦੇ ਨਾਲ, ਜਿੱਦਾਂ ਤੁਸੀਂ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਲੱਗਿਆ ਸੀ ਕਿ ਉਹ ਲਿਵਿੰਗ 'ਚ ਕਿਸੇ ਹੋਰ ਦੇ ਨਾਲ ਰਹਿੰਦਾ, ਕਿਸੇ ਕੁੜੀ ਦੇ ਨਾਲ ਰਹਿੰਦਾ, ਤੇ ਤੁਸੀਂ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਉਸ ਜਗ੍ਹਾ ਤੇ ਜਿੱਥੇ ਉਹ ਰਹਿ ਰਹੇ ਨੇ, ਜਾਂ ਤੁਹਾਨੂੰ ਕੁਝ ਪਤਾ ਹੋਵੇ ਕਿ ਉਹ ਇਸ ਜਗ੍ਹਾ ਤੇ ਰਹਿ ਰਿਹਾ, ਮੈਂ ਉੱਥੇ ਜਾ ਕੇ ਇੱਕ ਵਾਰੀ ਮਿਲ ਕੇ ਗੱਲ ਕਰਾਂ? नहीं। ਤੁਸੀਂ ਜਿੱਦਾਂ ਕਿਹਾ ਨਾ ਕਿ ਮੈਂ ਸਾਜ਼ ਨਾਲ ਗੱਲ ਮਤਲਬ ਰਿਸ਼ਤਾ ਬਚਾਉਣਾ ਚਾਹੁੰਦੀ ਸੀ, ਜਾਂ ਉਸ ਵਕਤ ਮੈਂ ਇੱਕ ਵਾਰੀ ਦੇਖਣਾ ਗੱਲ ਕਰਨਾ ਚਾਹੁੰਦੀ ਸੀ, ਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਅਗਰ ਮਿਲ ਕੇ ਗੱਲ ਕੀਤੀ ਜਾਵੇ ਇੱਕ ਵਾਰੀ ਤਾਂ? मैंने तो पहले ट्राई कर लिया ना मैम, मुझे जितना ट्राई करना था मैंने आके सबके हाथ पैर जोड़ लिया, सब कुछ कर लिया। इंसान कितना करेगा, आप मुझे बताइए ना। जी ठीक है। थैंक यू सो मच।